ਇੱਕ ਐਸੇ ਮਹਾਂਪੁਰਸ਼ ਦੀ ਜੀਵਨ ਕਥਾ ਬਿਆਨ ਕਰਨ ਲੱਗੇ ਹਾਂ ਜਿਨ੍ਹਾਂ ਤੋਂ ਸਾਰੇ ਮਹਾਂਪੁਰਸ਼ਾਂ ਦੀ ਜੀਵਨ ਕਥਾ ਕੁਰਬਾਨ ਕੀਤੀ ਜਾ ਸਕਦੀ ਹੈ, ਸਦਕੇ ਕੀਤੀ ਜਾ ਸਕਦੀ ਹੈ। ਇੱਕ ਐਸਾ ਤਿਆਗੀ ਜਿਸ ਦੇ ਸਾਹਮਣੇ ਸਾਰੇ ਤਿਆਗ ਫਿੱਕੇ ਨੇ, ਇੱਕ ਐਸਾ ਬੈਰਾਗੀ ਜਿਸ ਦੇ ਅੰਦਰੋਂ ਮਹਾਨ ਅੰਮ੍ਰਿਤ ਰਸਤੀ ਗੰਗਾ ਵਗੀ। ਦੁਨੀਆ ਵਿੱਚ ਐਸਾ ਘੱਟ ਹੀ ਹੋਇਆ ਹੈ ਕਿ ਕੋਈ ਤਿਆਗੀ ਵੈਰਾਗੀ ਮਹਾਵੀਰ ਵੀ ਹੋਵੇ, ਸੂਰਬੀਰ ਵੀ ਹੋਵੇ, ਲੇਕਿਨ ਇਤਿਹਾਸ ਵਿੱਚ ਇੱਕ ਐਸਾ ਵਾਕਿਆ ਘਟਿਤ ਹੋਇਆ ਹੈ। ਕੁਦਰਤ ਨੇ ਇੱਕ ਐਸੇ ਮਹਾਂਪੁਰਸ਼ ਨੂੰ ਭੇਜ ਕੇ ਇਸ ਹਾਲਾਤ ਦੀ ਪੂਰਤੀ ਕੀਤੀ। ਸੁਭਾਅ ਕਰਕੇ ਤੇ ਉਹ ਤਿਆਗੀ ਸੀ, ਬੈਰਾਗੀ ਸੀ, ਪਰ ਬੈਰੂਨੀ ਰੂਪ ਕਰਕੇ ਉਹ ਬਹਾਦਰ ਵੀ ਸੀ, ਉਹ ਤੇਗ ਦਾ ਧਨੀ ਵੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੁਭਾਵਕ ਇਹ ਬਿਰਤੀਆਂ ਦੇਖ ਕੇ ਆਪਣੇ ਲਾਡਲੇ ਸਾਹਿਬਜ਼ਾਦੇ ਦਾ ਨਾਂ ਰੱਖਿਆ ਤੇਗ ਬਹਾਦਰ। ਆਪ ਦਾ ਜਨਮ ਵਿਸਾਖ ਵੱਦੀ 5 ਸੰਮਤ 1678 ਵਿੱਚ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਦੇ ਵਿੱਚ ਹੋਇਆ। ਆਪ ਜੀ ਦੀ ਜੀਵਨ ਲੀਲਾ ਅੰਮ੍ਰਿਤਸਰ ਤੋਂ ਆਰੰਭ ਹੁੰਦੀ ਹੈ। ਬਚਪਨ ਦੇ 'ਚ ਹੀ ਆਪ ਜੀ ਦੇ ਚਿਹਰੇ ਤੇ ਤਿਆਗ ਤੇ ਵੈਰਾਗ ਦੇ ਕ੍ਰਿਸ਼ਮੇ ਝਲਕਣ ਲੱਗ ਪਏ ਸਨ ਔਰ ਮਨ ਦੇ 'ਚ ਬਹਾਦਰੀ ਤੇ ਸੂਰਬੀਰਤਾ ਦੀਆਂ ਕਿਰਨਾਂ ਚਾਰੋਂ ਪਾਸੇ ਉਦੇ ਹੋਣ ਲੱਗ ਪਈਆਂ। ਇੱਕ ਦਿਨ ਤੇਗ ਚਲਾਉਂਦਿਆਂ, ਤਲਵਾਰ ਚਲਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀ ਦੇਖਿਆ? ਆਪ ਦੀ ਰਸਨਾ ਤੋਂ ਸੁਭਾਵਿਕ ਨਿਕਲਿਆ, ਬਾਰ-ਬਾਰ ਨਿਕਲਿਆ, ਇਹ ਤੇਗ ਦਾ ਬਹਾਦਰ, ਇਹ ਤੇਗ ਦਾ ਧਨੀ, ਇਹ ਸੂਰਬੀਰ, ਇਹ ਮਹਾਵੀਰ। ਵਾਕਈ ਜੈਸਾ ਨਾਮ ਸੀ, ਜੀਵਨ ਕਾਰਨਾਮੇ ਵੀ ਵੈਸੇ ਸਨ, ਜੀਵਨ ਚਰਿਆ ਵੀ ਵੈਸੀ ਸੀ। ਸਹਿਜੇ ਸਹਿਜੇ ਆਪ ਉਮਰ ਕਰਕੇ ਵੱਧਦੇ ਗਏ। ਜੀਵਨ ਵਿੱਚ ਬੈਰਾਗ ਵੀ ਵੱਧਦਾ ਗਿਆ, ਤਿਆਗ ਵੀ ਵੱਧਦਾ ਗਿਆ। ਪਿਤਾ ਦੀ ਤੇ ਮਹਾਨ ਦੇਣ ਸੀ, ਪਰ ਤਿਆਗ ਤੇ ਵੈਰਾਗ ਦੀ ਮੂਰਤੀ ਮਾਤਾ ਨਾਨਕੀ ਦੀ ਗੋਦ ਤੋਂ ਵੀ ਆਪ ਨੂੰ ਐਸੀ ਸਿੱਖਿਆ ਤੇ ਦੀਕਸ਼ਾ ਮਿਲੀ ਜੋ ਅਗਾਂਹ ਚੱਲ ਕੇ ਸਹਾਇਕ ਹੋਈ, ਮਦਦਗਾਰ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਵਿੱਚ ਜੋ ਨਿਸ਼ਾਨੇ ਉਲੀਕੇ ਸਨ, ਉਹਨਾਂ ਨੂੰ ਸਹਿਜੇ ਸਹਿਜੇ ਪੂਰਨ ਕਰਦੇ ਰਹੇ। ਆਪ ਦਾ ਬਚਪਨਾ ਪ੍ਰਭੂ ਚਿੰਤਨ ਦੇ 'ਚ ਬਤੀਤ ਹੋਇਆ। ਆਪ ਦੀ ਬਾਲ ਲੀਲਾ ਵੀ ਪ੍ਰਭੂ ਲੀਲਾ ਸੀ। ਬੱਚਿਆਂ ਦੀ ਲੀਲਾ, ਬੱਚਿਆਂ ਨਾਲ ਖੇਡਣਾ ਵੀ ਦਰਅਸਲ ਆਪ ਦੀ ਬੰਦਗੀ ਸੀ। ਸਹਿਜੇ ਸਹਿਜੇ ਆਪ ਯੁਵਕ ਹੋਏ ਤਾਂ ਲਾਲ ਚੰਦ ਖੱਤਰੀ ਦੀ ਬੱਚੀ ਗੁਜਰੀ ਜੀ ਦੇ ਨਾਲ ਆਪ ਦਾ ਵਿਆਹ ਸ਼੍ਰੀ ਕਰਤਾਰਪੁਰ ਦੇ 'ਚ ਹੋਇਆ। ਇੰਜ ਗ੍ਰਸਤੀ ਜੀਵਨ ਆਪ ਜੀ ਦਾ ਆਰੰਭ ਹੋਇਆ। ਸੁਭਾਅ ਕਰਕੇ ਚੂੰਕਿ ਤਿਆਗੀ ਸਨ, ਵੈਰਾਗੀ ਸਨ, ਹਰ ਵਕਤ ਮਨ ਦੇ 'ਚ ਪ੍ਰਭੂ ਨਾਲ ਜੁੜੇ ਰਹਿਣ ਦੀ ਚਾਹ। ਇਸ ਕਾਰਨ ਕਰਕੇ ਹਰ ਵਕਤ ਸੰਸਾਰ ਤੋਂ ਉਪਰਾਮਤਾ। ਇਸ ਉਪਰਾਮਤਾ ਨੇ, ਇਸ ਉਦਾਸੀਨ ਬਿਰਤੀ ਨੇ, ਇਸ ਤਿਆਗੀ ਮਾਨਸਿਕ ਵਾਤਾਵਰਣ ਨੇ ਆਪ ਨੂੰ ਜ਼ਮੀਨ ਦੇ ਉੱਤੇ ਤੇ ਉਸ ਵਕਤ ਨਾ ਰਹਿਣ ਦਿੱਤਾ। ਆਪ ਭੋਰੇ ਦੇ ਚਲੇ ਗਏ। ਉੱਥੇ ਬੈਠ ਕੇ ਆਪ ਸਾਧਨਾ ਵਿੱਚ ਲੀਨ ਰਹੇ ਔਰ ਇੱਕ ਲੰਬੀ ਤਿਆਰੀ ਕਰਦੇ ਰਹੇ। ਦੇਸ਼ ਗੁਲਾਮ ਸੀ, ਸਦੀਆਂ ਦੀ ਗੁਲਾਮੀ ਕਰਕੇ ਪੀੜਤ ਸੀ, ਦੁਖਤ ਸੀ। ਚਾਰੋਂ ਪਾਸੇ ਹਾਹਾਕਾਰ ਸੀ ਔਰ ਬੇਇਨਸਾਫੀਆਂ ਦਾ ਜਮਾਓ ਸੀ, ਇਕੱਠ ਸੀ। ਇੱਕ ਤੇ ਆਪ ਪ੍ਰਭੂ ਚਿੰਤਨ ਕਰਕੇ ਅਧਿਆਤਮਕ ਬਲ ਉન્નਤ ਕਰਦੇ ਰਹੇ, ਦੂਸਰੇ ਪਾਸੇ ਸੋਚਦੇ ਰਹੇ ਇਸ ਅਧਿਆਤਮਕ ਸ਼ਕਤੀ ਨੂੰ ਕਿਵੇਂ ਵਰਤਣਾ ਹੈ, ਕਿਵੇਂ ਖਰਚ ਕਰਨਾ ਹੈ। ਜੈਸੇ
कई दफ़ा देखने विच आया है, धन इकट्ठा कर लेना या कमा लेना कोई बहुत वड्डी गल नहीं, धन की सही वरतों करनी बहुत वड्डी गल है, उसका सही उपयोग करना ये बहुत वड्डी गल है। इसे तरीके नाल बंदगी करके रूहानी शक्ति इकट्ठी कर लेनी, परम आनंद ते परम रस अपने मन विच पैदा कर लेना, ठीक है महान गल होवेगी, लेकिन आम घटना ये सारी दुनिया विच भगतां दी दुनिया विच घटकदी रही है। पर इस रस नूं, इस अध्यात्मक शक्ति नूं, इस आत्म बल नूं वरतना किवें और इस दे नाल समाज की तामीर किवें करनी है, इस दे नाल देश की उसारी किस तरह करनी है, ये तो गुरु तेग बहादुर साहब जी महाराज की जिंदगी तो ही सीखना पएगा और उन्होंने इतिहास नूं पढ़ के जो है प्रेरणा लेनी पेगी। 26 साल तक लगातार आप उस भोरे दे विच रहे, त्याग ते वैराग दी मूर्ति आप दी पत्नी गुजरी जी भी इस भोरे दे बाहर बैठ के जिथे अध्यात्मक तरंगां तो फैज़ याब आउंदे रहे, उत्थे हर तरह की सेवा विच भी आप जुटे रहे। लगता है साधना पूर्ण हो गई, जो सोचिया सी करन लई उदी तैयारी दे दिन आ गए। ज्योति जोत समाए गुरु हरकृष्ण जी महाराज संगतां दे सामने उन्हां दी मुबारक रसना तो निकलिया बाबा बकाले। तलाश जारी हो गई और नारियल ते 5 पैसे लेके सिख दिल्ली तो चल पिया, लेकिन आम सोडियां ने इस तो नाजायज़ फायदा उठाया। 22 मंजियां बकाले विच लग गईयां और हर एक दा दावा कि 8वें गुरु नानक गुरु हरकृष्ण जी महाराज ने बाबा बकाला बकाले विच ही बाबा है, ये साडे लई आखे, ये मेरे लई आखे। कोई कहे ये सिर्फ असी हाँ, कोई कहे असी वारिस हाँ, असी हकदार हाँ। इस तरीके नाल एक नहीं 22 दावेदार हो गए और 22 मंजियां बकायदा बकाले विच लग गईयां। ये ठीक है कि कई दफ़ा मुलम्मा भी सोने का भुलेखा दे जाता है, चमकते हुए पत्थरों तो भी हीरियां का भुलेखा लग जाता है, हो जाता है। ऐसा अक्सर असी मनुखी दुनिया च देखते हैं। तो मनुख भी इत्थे लंबियां चौड़ियां गद्दियां, धार्मिक पोशाक, आले दुआले धर्म का पहरावा ते वातावरण देख के प्रभावित होकर लोग इन्हां सोडियां नूं पूजते रहे, मनते रहे, मथा टेकते रहे। पर अज एक ऐसा सिख भी आ गया जो हीरियां की परख रखण वाला सी, जोरी सी। अज एक ऐसा आ गया जिन्हों मुलम्मे ते सोने की समझ सी, बोध सी। ऐसा सराफ भी आ गया। इस सराफ का नाम, इस जोरी का नाम, इस पारखू का नाम सिख इतिहास दे मक्खण शाह लबाना है। 22 तो आत्मक तसल्ली ना हुई। कहते ने किसी जुड़ी हुई आत्मा कोल बैठीए तो ओदियां अध्यात्मक तरंगां अदौलत करदियां ने, प्रभावित करदियां ने और मनुख के मन नूं भी चैन ते सुकून मिलता है। पर किसी खिंडे हुए बेचैन मनुख के कोल बैठ जाइए तो अक्सर देखिए उसकी वाइब्रेशन, उसदियां अध्यात्मक तरंगां ऐसियां प्रभावित करदियां ने कि शांत चित बंदा भी अशांत हो जाता है, बेचैन हो जाता है। वातावरण हर मनुख दे नाल अपना ही अपना है ते वातावरण तो दूजे तीजे प्रभावित होंदे रहंदे ने, या इंज कह लो मनुख अपना प्रभाव वंडदा रहिंदा है और प्रभाव लैंदा रहिंदा है। अपनियां तरंगां छोड़दा रहिंदा है, दूजियां दियां तरंगां पींदा रहिंदा है। इस तरह जैसे मनुख मूँह दे चों श्वास कढ़ रहा है, पर इसदे श्वास हवा दे सम्मिलित होकर किसी होर दे श्वास बनते हैं
ਔਰ ਇਹ ਸਵੈਮ ਵੀ ਕਿਸੇ ਹੋਰ ਦੇ ਨਿਕਲੇ ਹੋਏ ਸਵਾਸਾਂ ਨੂੰ ਪਾਨ ਕਰ ਰਿਹਾ ਹੈ। ਹੂ ਬਹੂ ਮਨੁੱਖ ਦੇ ਮਨ ਵਿੱਚੋਂ ਨਿਕਲੀਆਂ ਹੋਈਆਂ ਤਰੰਗਾਂ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਨੇ ਔਰ ਖੁਦ ਬੰਦਾ ਪ੍ਰਭਾਵਿਤ ਹੁੰਦਾ ਰਹਿੰਦਾ ਹੈ। 22 ਨੂੰ ਮੱਥਾ ਟੇਕ ਕੇ ਇੱਕ ਇੱਕ ਮੋਹਰ ਰੱਖ ਕੇ ਮੱਖਣ ਸ਼ਾਹ ਲਵਾਣੇ ਦੀ ਤ੍ਰਿਪਤੀ ਨਹੀਂ ਹੋਈ। ਇਸ ਤੋਂ ਜਾਪਦਾ ਹੈ ਇਹ ਪੁਰਸ਼ ਕੁਝ ਅਧਿਆਤਮਿਕ ਰਸ ਮਾਣ ਚੁੱਕਿਆ ਸੀ ਔਰ ਇਹ ਸਪਸ਼ਟ ਹੈ ਜੋਰੀ ਹੀ ਹੀਰੇ ਦੀ ਪਹਿਚਾਣ ਕਰ ਸਕਦਾ ਹੈ, ਦੂਸਰਾ ਤੇ ਤੀਸਰਾ ਨਹੀਂ। ਤਸੱਲੀ ਨਹੀਂ ਹੋਈ। ਆਖਿਰ ਇੱਕ ਸਾਦੇ ਜਿਹਾ ਬਕਾਲੇ ਦੇ ਵਾਸੀ ਮਨੁੱਖ ਦੇ ਕੋਲੋਂ ਮੱਖਣ ਸ਼ਾਹ ਲਵਾਣਾ ਪੁੱਛਦਾ ਹੈ, ਸੋਢੀ ਬੰਸ ਦਾ ਇੱਥੇ ਕੋਈ ਹੋਰ ਵੀ ਮਹਾਂਪੁਰਸ਼ ਰਹਿੰਦਾ ਹੈ? ਤਾਂ ਉਸਨੇ ਕਿਹਾ, ਹਾਂ, ਸਾਹਮਣੇ ਭੋਰੇ ਦੇ ਚ ਰਹਿੰਦਾ ਹੈ, ਪਰ ਉਹ ਕਿਸੇ ਨੂੰ ਮਿਲਦਾ ਨਹੀਂ, ਉਹ ਬਾਹਰ ਵੀ ਨਹੀਂ ਨਿਕਲਦਾ, ਉਹ ਅੱਠੇ ਪੈਰ ਅੰਦਰ ਹੀ ਰਹਿੰਦਾ ਹੈ ਔਰ ਧਿਆਨ ਮਗਨ ਰਹਿੰਦੇ ਨੇ, ਆਪਣੀ ਦੁਨੀਆ ਵਿੱਚ ਆਨੰਦਿਤ ਰਹਿੰਦੇ ਨੇ। ਹੋਰ ਉਹਨਾਂ ਦੇ ਨਾਲ ਕੌਣ ਹੈ? ਉਹਨਾਂ ਦੀ ਤਰ੍ਹਾਂ ਹੀ ਸੁਭਾਅ ਰੱਖਣ ਵਾਲੀ ਉਹਨਾਂ ਦੀ ਸੁਪਤਨੀ ਗੁਜਰੀ ਜੀ, ਉਹ ਭੋਰੇ ਦੇ ਬਾਹਰ ਬੈਠੇ ਰਹਿੰਦੇ ਨੇ ਔਰ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ। ਮੱਖਣ ਸ਼ਾਹ ਲਵਾਣਾ ਚਲਾ ਗਿਆ। ਗੁਜਰੀ ਜੀ ਦੀਆਂ ਵੀ ਅਧਿਆਤਮਿਕ ਤਰੰਗਾਂ ਨੇ ਇਸ ਮੱਖਣ ਸ਼ਾਹ ਲਵਾਣੇ ਨੂੰ ਪ੍ਰਭਾਵਿਤ ਕੀਤਾ ਹੈ। ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਮੈਂ ਉਸ ਸੂਰਜ ਦੇ ਦਰਸ਼ਨ ਕਰਨ ਆਇਆ ਜੋ ਬਦਲਾਂ ਦੇ ਛੁਪਿਆ ਹੋਇਆ ਹੈ ਔਰ ਮੈਨੂੰ ਦਰਸ਼ਨ ਕਰਨ ਦਿਓ। ਇੱਥੇ ਆ ਕੇ ਮੈਨੂੰ ਸਕੂਨ ਮਿਲ ਗਿਆ, ਸ਼ਾਂਤੀ ਮਿਲੀ ਹੈ। ਜਿਸ ਦੇ ਭੋਰੇ ਦੇ ਆਲੇ ਦੁਆਲੇ ਇਤਨਾ ਸ਼ਾਂਤ ਵਾਤਾਵਰਣ ਹੈ, ਇਤਨੀਆਂ ਆਨੰਦ ਦੀਆਂ ਲਹਿਰਾਂ ਬਰਸ ਰਹੀਆਂ ਨੇ, ਉਹਦੇ ਦੀਦਾਰ ਕਰਕੇ ਉਹਦੇ ਕੋਲ ਬੈਠ ਕੇ ਮੈਂ ਕਿਤਨਾ ਫੈਜ਼ਯਾਬ ਹੋਵਾਂਗਾ, ਕਿਤਨਾ ਆਨੰਦਿਤ ਹੋਵਾਂਗਾ। ਉਹਦੀ ਜੋਦੜੀ, ਉਹਦਾ ਤਰਲਾ ਐਸਾ ਸੀ ਕਿ ਮਾਤਾ ਗੁਜਰੀ ਜੀ ਰੋਕ ਨਹੀਂ ਸਕੇ। ਜੈਸੇ ਭੋਰੇ ਵਿੱਚ ਦਾਖਲ ਹੋਇਆ, ਨੂਰ ਤੋਂ ਫੈਜ਼ਯਾਬ ਹੋਇਆ, ਅਧਿਆਤਮਿਕ ਤਰੰਗਾਂ ਤੋਂ ਅੰਦੋਲਤ ਹੋਇਆ, ਸੁਤੇ ਸਿੱਧ ਸਿਰ ਝੁਕ ਗਿਆ। ਔਰ ਕਹਿੰਦੇ ਵੀ ਨੇ, ਜਿੱਥੇ ਆਪਣੇ ਆਪ ਸਿਰ ਝੁਕ ਜਾਏ ਬਸ ਉਹ ਅਸਥਾਨ ਮਹਾਨ ਹੈ, ਉਹ ਮਨੁੱਖ ਮਹਾਨ ਹੈ। ਜਿੱਥੇ ਸਿਰ ਝੁਕਾਣਾ ਪੈ ਜਾਏ ਉੱਤੇ ਮਜਬੂਰੀ ਹੋਈ। ਜ਼ਾਲਮ ਦੇ ਅੱਗੋਂ ਮਨੁੱਖ ਕਈ ਦਫਾ ਮਜਬੂਰੀ ਨਾਲ ਸਿਰ ਝੁਕਾਉਂਦਾ ਹੈ, ਕਈ ਦਫਾ ਤਾਕਤਵਰ ਦੇ ਅੱਗੋਂ ਮਨੁੱਖ ਮਜਬੂਰੀ ਨਾਲ ਝੁਕਦਾ ਹੈ। ਪਰ ਜਿੱਥੇ ਪ੍ਰਸੰਨ ਚਿੱਤ ਹੋ ਕੇ ਸਿਰ ਝੁਕ ਜਾਏ ਔਰ ਝੁਕਣ ਦੇ 'ਚ ਹੀ ਜਿੱਥੇ ਰਸ ਦੀ ਪ੍ਰਾਪਤੀ ਹੋਵੇ, ਆਨੰਦ ਦੀ ਪ੍ਰਾਪਤੀ ਹੋਵੇ, ਬਸ ਉਹੀ ਮਹਾਂਪੁਰਸ਼ ਹੈ ਔਰ ਉਹੀ ਧਾਰਮਿਕ ਸਤਲ ਹੈ, ਉਹੀ ਅਧਿਆਤਮਿਕ ਕੇਂਦਰ ਹੈ। ਸੁਤੇ ਸਿੱਧ ਮੱਖਣ ਸ਼ਾਹ ਲਵਾਣੇ ਦਾ ਸਿਰ ਝੁਕ ਗਿਆ, ਕਦਮਾਂ ਤੇ ਰੱਖਿਆ, ਸਤਿਗੁਰ ਦੀ ਅਸੀਸ ਮਿਲੀ ਔਰ ਇਸ ਅਸੀਸ ਦੇ ਨਾਲ ਕਪਾਟ ਖੁੱਲੇ। ਸਤਿਗੁਰ ਕਹਿੰਦੇ ਨੇ, ਗੁਪਤ ਰੱਖੀ ਗੱਲ, ਜਰ ਲਈ, ਜੋ ਤੈਨੂੰ ਪ੍ਰਾਪਤ ਹੋਇਆ ਹੈ ਇਹਨੂੰ ਸਹਿ ਲਈ, ਪ੍ਰਗਟ ਨਾ ਕਰ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੱਖਣ ਸ਼ਾਹ ਲਵਾਣਾ ਐਸੇ ਤੇਜ਼ ਹਵਾ ਦੀ ਝੋਂਕੇ ਦੀ ਤਰ੍ਹਾਂ ਆਇਆ ਕਿ ਜਿਸ ਨੇ ਸਾਰੇ ਬਦਲਾਂ ਨੂੰ ਛਾਂਟ ਕੇ ਰੱਖ ਦਿੱਤਾ। ਕੋਠੇ ਤੇ ਚੜ੍ਹ ਕੇ ਕਹਿਣ ਲੱਗਾ, ਗੁਰਲਾਧ ਹੋ ਰੇ, ਗੁਰਲਾਧ ਹੋ ਰੇ, ਮੈਂ ਲੱਭ ਲਿਆ ਗੁਰੂ, ਮੈਨੂੰ ਮਿਲ ਗਿਆ ਗੁਰੂ, ਮੈਂ ਸੱਚ ਦੀ ਮੂਰਤੀ ਨੂੰ ਵੇਖ ਲਿਆ। ਭੋਰੇ ਦੇ ਵਿੱਚ ਇਸ ਮਹਾਨ ਸੌਦਾਗਰ ਨੇ ਪ੍ਰਗਟ ਕੀਤਾ ਔਰ ਇਸ ਤਰ੍ਹਾਂ ਮੱਖਣ ਸ਼ਾਹ ਲਵਾਣਾ ਸਿੱਖ ਇਤਿਹਾਸ ਵਿੱਚ ਅਮਰ ਹੋ ਗਏ। ਜਿੰਨੇ ਚਿਰ ਤੱਕ ਇਹ ਅਧਿਆਤਮਿਕ ਬਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕੋਲ ਸੀ, ਆਪ ਛੁਪਾ ਕੇ ਬੈਠੇ ਰਹੇ, ਭੋਰੇ ਵਿੱਚ ਬੈਠੇ ਰਹੇ। ਪਰ ਅੱਜ ਪ੍ਰਗਟ ਹੋ ਗਿਆ ਤਾਂ ਇਸ ਬਲ ਨੂੰ ਸਮਾਜ ਦੀ ਉਸਾਰੀ, ਮਜ਼ਲੂਮਾਂ ਦੀ ਰੱਖਿਆ ਔਰ ਦੇਸ਼ ਦੀ ਤਾਮੀਰ ਲਈ ਖਰਚ ਕਰਨ ਦਾ ਅਕੀਦਾ ਬਣਾ ਲਿਆ।
ਤਹੀਆ ਕਰ ਲਿਆ, ਆਪ ਚੱਲ ਪਏ। ਆਪਨੇ ਹੀ 22 ਧਾਰ ਦੇ ਰਾਜਿਆਂ ਦੇ ਪਾਸੋਂ ਗਾਲਬਨ ਉਸ ਜ਼ਮਾਨੇ 'ਚ 72,000 ਰੁਪਏ ਦੇ ਕੇ ਇੱਕ ਜਗ੍ਹਾ ਖਰੀਦੀ, ਜਿਸ ਦਾ ਨਾਮ ਆਪਨੇ ਰੱਖਿਆ ਆਨੰਦਪੁਰ। ਸਿੱਖੀ ਦੀ ਰੂਹ ਰਵਾਂ, ਖਾਲਸੇ ਦਾ ਕੇਂਦਰੀ ਅਸਥਾਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਿਆਰੀ ਜ਼ਮੀਨ ਆਨੰਦਪੁਰ ਸਾਹਿਬ। ਇਸ ਦੇ ਉਸਾਰੂ, ਇਸ ਨੂੰ ਵਸਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਨਗਰੀ ਵਸ ਗਈ, ਔਰ ਬੜੀ ਪੁਰ ਰੌਣਕ ਨਗਰੀ, ਜਿੱਥੇ ਕਿਰਤ ਤੇ ਚੱਲਦੀ ਸੀ, ਪ੍ਰਭੂ ਦੀ ਕੀਰਤੀ ਦੇ ਸੋਮੇ ਵੀ ਚੱਲ ਪਏ। ਦੂਸਰੇ ਪਾਸੇ ਦੇਸ਼ ਦੇ ਵਿੱਚ ਵਕਤ ਦੀ ਹਕੂਮਤ ਨੇ ਇਸ ਢੰਗ ਦੇ ਜ਼ੁਲਮ ਢਾਏ ਕਿ ਕਸ਼ਮੀਰੀ ਬ੍ਰਾਹਮਣ ਰੋ ਉੱਠੇ, ਚੀਖ ਉੱਠੇ। ਚਾਰੋਂ ਪਾਸੇ ਨਿਗਾਹ ਦੌੜਾਉਂਦੇ ਨੇ, ਕੋਈ ਸਹਾਇਕ ਨਹੀਂ, ਕੋਈ ਮਦਦਗਾਰ ਨਹੀਂ, ਜੋ ਉਹਨਾਂ ਦੀ ਬਾਂਹ ਪਕੜ ਕੇ ਉਹਨਾਂ ਦੇ ਜਨੇਊ ਨੂੰ ਬਚਾਵੇ, ਉਹਨਾਂ ਦੇ ਮੱਥੇ ਦੇ ਤਿਲਕ ਨੂੰ ਬਚਾਵੇ, ਉਹਨਾਂ ਦੀ ਪੁਰਾਣਕ ਸੰਸਕ੍ਰਿਤੀ ਦੀ ਰੱਖਿਆ ਕਰੇ, ਉਹਨਾਂ ਦੇ ਵੈਦਿਕ ਧਰਮ ਦੀ ਰੱਖਿਆ ਕਰੇ। ਇਹ ਨਿਰਾਸ਼ਾ ਦੇ ਘੋਰ ਦਲਦਲ ਵਿੱਚ ਫਸੇ ਹੋਏ ਬ੍ਰਾਹਮਣ ਰੋ ਰਹੇ ਸਨ, ਦੁਖਤ ਹੋ ਰਹੇ ਸਨ। ਲੇਕਿਨ ਆਨੰਦਪੁਰ ਦੀਆਂ ਲਹਿਰਾਂ ਕਸ਼ਮੀਰ ਦੇ ਵਿੱਚ ਵੀ ਪਹੁੰਚ ਗਈਆਂ ਸਨ। ਆਨੰਦਪੁਰ ਦੀ ਸ਼ਕਤੀ ਦੀ ਛਾਪ ਤੇ ਭਗਤੀ ਦੀ ਆਨੰਦਮਈ ਵਰਸ਼ਾ ਕਸ਼ਮੀਰ ਤੱਕ ਵੀ ਪਹੁੰਚੀ ਸੀ। ਨਿਢਾਲ ਹੋਏ, ਬੇਆਸਰਾ ਹੋਏ ਕਸ਼ਮੀਰ ਦੇ ਤਮਾਮ ਬ੍ਰਾਹਮਣਾਂ ਨੂੰ, ਪੰਡਤਾਂ ਨੂੰ ਇਸ ਮੱਸਿਆ ਦੀ ਰਾਤ ਦੇ ਵਿੱਚ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ। ਆਨੰਦਪੁਰ ਸਿਰਮੌਰ ਬ੍ਰਾਹਮਣ ਆਪਣਾ ਜਥਾ ਬਣਾ ਕੇ ਚੱਲ ਪਏ ਆਨੰਦਪੁਰ ਦੀ ਤਰਫ। ਸਤਿਗੁਰ ਦੀ ਸਭਾ ਦੇ ਵਿੱਚ ਪਹੁੰਚੇ, ਮੱਥਾ ਟੇਕਿਆ, ਮਨ ਪ੍ਰਭਾਵਿਤ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਬਹੁਤ ਦੁਖਤ ਲੱਗਦੇ ਹੋ, ਬਹੁਤ ਬੇਜ਼ਾਰ ਲੱਗ ਰਹੇ ਹੋ, ਆਉਣ ਦਾ ਕਾਰਨ ਕਿਸ ਤਰ੍ਹਾਂ ਆਏ ਹੋ? ਮਹਾਰਾਜ, ਬਾਂਹ ਕਮਜ਼ੋਰ ਹੋ ਗਈ ਹੈ, ਸਾਡੇ ਜਨੇਊ ਦੀ ਰੱਖਿਆ ਕਰੋ, ਮੱਥੇ ਦੇ ਤਿਲਕ ਮਿਟ ਰਹੇ ਨੇ। ਭਾਰਤ ਦੀ ਪ੍ਰਾਚੀਨ ਪੁਰਾਣੀ ਧਾਰਮਿਕ ਸੰਸਕ੍ਰਿਤੀ ਮਲਿਆ ਮੇਟ ਹੋ ਰਹੀ ਹੈ। ਕਸ਼ਮੀਰ ਭਾਰਤ ਦਾ ਇੱਕ ਐਸਾ ਜ਼ਰਖੇਜ਼ ਖਿੱਤਾ ਜਿਸ ਤੋਂ ਬੇਸ਼ਤਰ ਦਰਿਆ ਨਿਕਲਦੇ ਨੇ ਔਰ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਤੇ ਸ਼ਾਦਾਬ ਕਰਦੇ ਨੇ। ਸਿਰਫ ਐਸਾ ਹੀ ਨਹੀਂ ਕਿ ਕਸ਼ਮੀਰ ਦੇ ਪਹਾੜਾਂ ਤੋਂ ਪਾਣੀ ਦੇ ਦਰਿਆ ਨਿਕਲਦੇ ਸਨ, ਕਸ਼ਮੀਰ ਦੇ ਦਿਮਾਗ ਦੇ ਚੋਂ ਗਿਆਨ ਦੀ ਗੰਗਾ ਵੀ ਨਿਕਲਦੀ ਸੀ, ਧਿਆਨ ਦੀ ਜਮਨਾ ਵੀ ਨਿਕਲਦੀ ਸੀ। ਬੇਸ਼ਤਰ ਰਿਸ਼ੀ, ਬੇਸ਼ਤਰ ਸੰਤ, ਉੱਚ ਕੋਟੀ ਦੇ ਮਹਾਤਮਾ ਉਸ ਧਰਤੀ ਵਿੱਚ ਪੈਦਾ ਹੁੰਦੇ ਰਹੇ। ਇੱਕ ਧਰਤੀ ਦੀ ਫਿਜ਼ਾ, ਇੱਕ ਚਾਰੋਂ ਪਾਸੇ ਦਾ ਮਾਹੌਲ ਅਧਿਆਤਮਕ ਉન્નਤੀ ਦੀ ਤਰਫ ਹਮੇਸ਼ਾ ਅੰਦੋਲਿਤ ਕਰਦਾ ਰਿਹਾ, ਪ੍ਰੇਰਿਤ ਕਰਦਾ ਰਿਹਾ। ਪਰ ਠੰਡੀ ਬਰਫਾਂ ਨਾਲ ਹਰ ਵਕਤ ਲੱਦੀ ਹੋਈ ਇਹ ਧਰਤੀ ਜ਼ੁਲਮ ਦੀ ਅੱਗ ਨਾਲ ਭਵਕ ਉੱਠੀ, ਦਹਿਕ ਉੱਠੀ। ਠੰਡੇ ਮਿਜ਼ਾਜ ਇਹ ਬ੍ਰਾਹਮਣ, ਜੋ ਵਾਕਈ ਬਰਫ ਦੀ ਤਰ੍ਹਾਂ ਹੀ ਠੰਡੇ ਸਨ, ਸੀਤਲ ਸਨ, ਧਿਆਨੀ ਸਨ, ਗਿਆਨੀ ਸਨ, ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਗੁਰਦੇਵ ਸਾਡੀ ਰੱਖਿਆ ਕਰੋ, ਸਾਡੀ ਬਾਂਹ ਪਕੜੋ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ, ਉਹਨਾਂ ਦੀ ਉਮਰ ਗਾਲਬਨ 9 ਸਾਲ ਦੀ ਸੀ। ਇਤਨੀ ਹੀ ਆਯੂ ਦੇ ਸਨ। ਲੰਬੀ ਸੋਚ ਦੇ ਚ ਪੈ ਕੇ ਪੁੱਛਦੇ ਨੇ, ਗੁਰਦੇਵ ਪਿਤਾ, ਆਪ ਕੁਝ ਜਵਾਬ ਨਹੀਂ ਦੇ ਰਹੇ ਇਹਨਾਂ ਦੀ ਫਰਿਆਦ ਦਾ। ਇਹ ਜੋ ਤਰਲਾ ਲੈ ਰਹੇ ਨੇ, ਆਪ ਇਹਨਾਂ ਲਈ ਕੀ ਕਰ ਰਹੇ ਹੋ? ਸਤਿਗੁਰੂ ਕਹਿੰਦੇ ਨੇ, ਕੋਈ ਬਹੁਤ ਵੱਡਾ ਮਹਾਪੁਰਸ਼ ਕੁਰਬਾਨੀ ਦੇਵੇ, ਇਹਨਾਂ ਦੇ ਮੱਥੇ ਦਾ ਤਿਲਕ ਬਚ ਸਕਦਾ ਹੈ, ਇਹਨਾਂ ਦੇ ਗਲ ਦਾ ਜਨੇਊ ਬਚ ਸਕਦਾ ਹੈ।
ਬਾਲਕ ਗੋਬਿੰਦ ਰਾਏ ਨੇ ਹੌਸਲਾਮੰਦ ਹੋ ਕੇ ਆਖਿਆ, ਗੁਰਦੇਵ ਪਿਤਾ, ਕਿਸੇ ਨੂੰ ਤੈਰਨ ਦੀ ਜਾਚ ਸਿਖਾਣੀ ਹੋਵੇ ਤਾਂ ਪਾਣੀ ਵਿੱਚ ਪਹਿਲੇ ਆਪ ਤੈਰਨਾ ਪੈਂਦਾ ਹੈ। ਕਿਸੇ ਨੂੰ ਮਰਨ ਦੀ ਜਾਚ ਸਿਖਾਣੀ ਹੋਵੇ ਤਾਂ ਪਹਿਲੇ ਆਪ ਮਰਨਾ ਪੈਂਦਾ ਹੈ। ਸਤਿਗੁਰੂ ਦੇਵ ਜੀ ਮਹਾਰਾਜ ਖਣਾਵਾਂ ਪਹਿਨ ਕੇ ਚੱਲ ਪਏ। ਜਿਸ ਨੂੰ ਅੱਜ ਹਰਿਆਣਾ ਕਹਿੰਦੇ ਨੇ, ਬੇਸ਼ਤਰ ਸ਼ਹਿਰਾਂ ਨੂੰ ਭਾਗ ਲਾਉਂਦੇ ਹੋਏ ਆਪ ਸਹਿਜੇ ਸਹਿਜੇ ਚੱਲ ਪਏ। ਅੱਜ ਹਰਿਆਣੇ ਦੇ ਵਿੱਚ ਬਹੁਤ ਸਾਰੀ ਥਾਵਾਂ ਤੇ ਆਪ ਦੇ ਇਤਿਹਾਸਕ ਕੇਂਦਰ ਨੇ। ਤਰਾਵੜੀ ਦੇ ਵਿੱਚ, ਕੈਂਥਲ ਦੇ ਵਿੱਚ, ਰੋਹਤਕ ਦੇ ਵਿੱਚ, ਹੋਰ ਆਲੇ ਦੁਆਲੇ ਆਪ ਜੀ ਦੇ ਬਹੁਤ ਸਾਰੇ ਇਤਿਹਾਸਕ ਅਸਥਾਨ ਨੇ, ਜਿੱਥੇ ਬੈਠ ਕੇ ਆਪ ਪ੍ਰੇਮ ਦੀ ਗੰਗਾ ਬਹਾਉਂਦੇ ਰਹੇ ਔਰ ਜਿੱਥੇ ਬੈਠ ਕੇ ਆਪ ਗਿਆਨ ਦਾ ਉਪਦੇਸ਼ ਕਰਦੇ ਰਹੇ। ਅੱਜ ਜਦ ਆਗਰੇ ਦੇ ਵਿੱਚ ਪਹੁੰਚੇ ਨੇ, ਬਹੁਤ ਲੰਬੀ ਫੇਰੀ ਸੀ। ਰੱਜਬ ਜੀ ਦਾ ਕਹਿਣਾ ਹੈ, ਸੰਤ ਤੇ ਇਸ ਤਰ੍ਹਾਂ ਆਉਂਦੇ ਨੇ ਜੈਸੇ ਨਦੀ ਹੋਵੇ, जैसे बदल होवे। नदी संत और मेघला चले भुयंगम चाल, रज्जब जै जै पग धरे तैं तैं करत निहाल। ये हमेशा कदी सज्जे कदी खब्बे चलते ने ताकि ज्यादा धरती सैराब हो सके, सरसब्ज हो सके। इत्थे ही आगरे विच आप दी गिरफ्तारी हुई और आगरे ਦੇ ਵਿੱਚ ਵੀ ਆਪ ਜੀ ਦੇ ਅਨੇਕਾਂ ਇਤਿਹਾਸਕ ਅਸਥਾਨ ਨੇ, ਜਿਨ੍ਹਾਂ ਦੇ ਚੋਂ ਮਾਈ ਥਾਨ ਸਿਰਮੌਰ ਹੈ। ਦਿੱਲੀ ਦੇ ਵਿੱਚ ਆਪ ਨੂੰ ਲਿਆਂਦਾ ਗਿਆ, ਪਿੰਜਰੇ ਦੇ ਵਿੱਚ ਰੱਖਿਆ ਗਿਆ। ਐਸੇ ਪਿੰਜਰੇ ਦੇ ਵਿੱਚ ਜਿਸ ਦੇ ਵਿੱਚ ਆਪ ਹਿਲ ਵੀ ਨਹੀਂ ਸਕਦੇ ਸਨ, ਐਸੇ ਪਿੰਜਰੇ ਦੇ ਵਿੱਚ ਜਿਸ ਵਿੱਚ ਆਪ ਬੈਠ ਵੀ ਨਹੀਂ ਸਕਦੇ ਸਨ, ਜਿਸ ਦੇ ਸੂਲਾਂ ਹੀ ਸੂਲਾਂ ਸਨ। ਵਕਤ ਦੀ ਹਕੂਮਤ ਨੇ ਇਸ਼ਾਰਾ ਕਰ ਦਿੱਤਾ ਸੀ, ਸਜ਼ਾਏ ਮੌਤ ਦਿੱਤੀ ਜਾਏ। ਅੱਜ ਉਹ ਦਿਨ ਵੀ ਆ ਗਿਆ। ਆਪ ਦੇ ਨਾਲ ਜਿਹੜੇ 94 ਸਾਥੀ ਰਹਿ ਗਏ ਸਨ, ਭਾਈ ਮਤੀ ਦਾਸ ਔਰ ਭਾਈ ਦਿਆਲਾ, ਇਸ ਵਿਪਤਾ ਦੇ ਸਮੇਂ ਕਰੀਬਨ ਉਹ ਜਿਹੜੀ ਬਹੁਤ ਸਾਰੀ ਭੀੜ ਸੀ, ਆਪ ਨੂੰ ਛੋੜ ਚੁੱਕੀ ਸੀ। ਆਪ ਨੇ ਸਹੀ ਆਖਿਆ ਹੈ, ਸੰਗ ਸਖਾ सब तज गयो को न निभ्यो साथ, कहो नानक ए विपत में टेक एक रघुनाथ। वाकई आप दा ये फरमान कि दुनिया सुख दी साथी है, दुख दी नहीं। सुख में बहुत संगी भय, दुख में संग न कोय। लेकिन कमाल है, और सदके जाइए भाई मती दास तो, भाई दयाले तो आप दुख दे समय भी साथ रहे, विपता दे समय भी साथ रहे, हर तरह की पीड़ा दे समय भी गुरु का दामन नहीं छोड़िया, गुरु दे कोल रहे। पहले इन्हों शहीद किया गया, तरह तरह के लालच रखे गए। मतीदास के सामने आप छिब्बर गोद दे ब्राह्मण सन, पिछोकड़ आप दा जिला जेलम सी। जद आप किसी लालच तो प्रभावित नहीं होए तो कह दिता गया, थानू आरे दे नाल चीर के दुफाड़ कर दिता जाएगा। मतीदास कहने लगे, फिर भी मेरी सिखी नू दुफाड़ नहीं कर सकोगे, फिर भी मेरी भावनावां नू दुफाड़ नहीं कर सकोगे। आरे नाल ये चिल गया चांदनी चौंक दे, लेकिन सिखी नू टोटे टोटे नहीं होण दिता। आप दा दूसरा साथी भाई दयाला, इनू भी तरह तरह के लालच दिते गए, लेकिन इसने जब लालच दे अगों अपना सिर नहीं झुकाया तो आखिया गया, ये जो सिखी दा रंग है असी उबलते हुए पानी दे पा के उतार देंगे। तो दयाला जी कहने लगे, ये भी करके देख लेना। इतिहास गवाह है कि उबलती देग दे उबल गया, पर सिखी दा रंग नहीं उतरन दिता। फिर वारी आई गुरु तेग बहादुर साहब जी महाराज दी। मुगल सिपाहियां ने
ਆਪ ਨੂੰ ਪਿੰਜਰੇ ਦੇ ਚੋਂ ਕੱਢਿਆ। ਸਤਿਗੁਰਾਂ ਨੇ ਕੋਲ ਖੂਹੀ ਦੇ 'ਚ ਇਸ਼ਨਾਨ ਕੀਤਾ, ਬੋੜ ਦੇ ਥੱਲੇ ਆ ਕੇ ਬੈਠ ਗਏ। ਸਮਾਣੇ ਦਾ ਜਲਾਦ ਜਲਾਲੁਦੀਨ ਨੇ ਤਲਵਾਰ ਚੁੱਕੀ, ਜ਼ੋਰ ਦੀ ਚਲਾਈ। ਉਸ ਦੀ ਗਰਦਨ ਤੇ ਜੋ ਤੇਗ ਦਾ ਧਨੀ ਸੀ, ਜੋ ਸੂਰਬੀਰ ਸੀ, ਜੋ ਬਹਾਦਰ ਸੀ, ਜੋ ਲੋਕ ਭਲਾਈ ਲਈ ਜੀਵਨ ਭਰ ਸੋਚਦਾ ਰਿਹਾ, ਇਸ ਤਰ੍ਹਾਂ ਸ਼ਹੀਦੀ ਸਾਕਾ ਦਿੱਲੀ ਦੀ ਚਾਂਦਨੀ ਚੌਂਕ ਦੇ 'ਚ ਮੱਘਰ ਸੁਦੀ 5 ਸੰਮਤ 1732 ਦੇ 'ਚ ਘਟਿਤ ਹੋਇਆ। ਦਿਨ ਭਰ ਆਪ ਦਾ ਸੀਸ ਤੇ ਆਪ ਦਾ ਧੜ ਪਿਆ ਰਿਹਾ। ਭਾਈ ਜੇਠਾ ਮੁਗਲ ਸਿਪਾਹੀਆਂ ਦੀ ਅੱਖ ਬਚਾ ਕੇ ਸਤਿਗੁਰੂ ਦਾ ਸੀਸ ਚੁੱਕ ਕੇ ਲੈ ਗਿਆ। ਆਨੰਦਪੁਰ ਸਾਹਿਬ ਦੇ 'ਚ ਸੀਸ ਦਾ ਸੰਸਕਾਰ ਉੱਥੇ ਹੀ ਹੋਇਆ ਔਰ ਆਨੰਦਪੁਰ ਸਾਹਿਬ ਦੇ 'ਚ ਗੁਰਦੁਆਰਾ ਸੀਸਗੰਜ ਸਾਹਿਬ ਮੌਜੂਦ ਹੈ। ਦੂਸਰਾ, ਲੱਖੀ ਸ਼ਾਹ ਵਣਦਾਰਾ 100 ਗੱਡਿਆਂ ਦੇ ਉੱਤੇ ਰੋਈ ਲੱਦ ਕੇ ਉਸ ਇਲਾਕੇ ਤੋਂ ਲੰਘੇ ਹੈ। ਸਿਰਫ ਸਤਿਗੁਰੂ ਦੇਵ ਜੀ ਮਹਾਰਾਜ ਦਾ ਪਵਿੱਤਰ ਸਰੀਰ ਚੁੱਕਣ ਦੀ ਉਸਨੇ ਇਹ ਵਿਉਂਤ ਬਣਾਈ ਹੈ। ਗੱਡੀਆਂ ਦੇ ਭੱਜ ਦੌੜ ਦੇ ਨਾਲ, ਬਹਿਲਾਂ ਦੇ ਪੈਰਾਂ ਦੇ ਉਛਾਲ ਦੇ ਨਾਲ ਮਿੱਟੀ ਉੱਡੀ, ਧੂੜ ਉੱਡੀ, ਇਤਨੀ ਧੂੜ ਉੱਡੀ ਕਿ ਇਸ ਦੇ 'ਚ ਇਹਨੇ ਸਤਿਗੁਰੂ ਦੇਵ ਜੀ ਮਹਾਰਾਜ ਦਾ ਪਾਵਨ ਸਰੀਰ ਚੁੱਕ ਲਿਆ, ਆਪਣੇ ਘਰ ਲੈ ਗਿਆ। ਜਿਸ ਘਰ ਦੇ 'ਚ ਲੈ ਗਿਆ ਉਸ ਇਲਾਕੇ, ਉਸ ਕਸਬੇ ਦਾ ਨਾਂ ਸੀ ਰਕਾਬਗੰਜ। ਆਪਣੇ ਘਰ ਦੇ 'ਚ ਪਾਵਨ ਸਰੀਰ ਨੂੰ ਰੱਖ ਕੇ ਇਸ਼ਨਾਨ ਕਰਾ ਕੇ ਸਾਰੇ ਘਰ ਨੂੰ ਅੱਗ ਲਾ ਦਿੱਤੀ। ਸਤਿਗੁਰੂ ਦੀ ਦੇਹੀ ਤੋਂ ਆਪਣਾ ਘਰ ਸਦਕੇ ਕਰ ਦਿੱਤਾ, ਆਪਣਾ ਮਕਾਨ ਸਦਕੇ ਕਰ ਦਿੱਤਾ। ਕਿਧਰੇ ਸ਼ੱਕ ਨਾ ਪੈ ਜਾਏ ਤਾਂ ਬਾਹਰ ਆ ਕੇ ਨਾਰਾ ਲਾਇਆ, ਮੇਰਾ ਘਰ ਜਲ ਗਿਆ, ਮੇਰਾ ਘਰ ਜਲ ਗਿਆ। ਇਸ ਤਰੀਕੇ ਨਾਲ ਸਾਹਿਬਾਂ ਦੇ ਪਾਵਨ ਸਰੀਰ ਦਾ ਦਾਹ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ। ਜੇਠਾ ਜਦੋਂ ਆਨੰਦਪੁਰ ਸਾਹਿਬ ਪਹੁੰਚਿਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਨੇ, ਬਹੁਤ ਜੋਸ਼ ਜਾਗਿਆ ਹੋਣਾ ਹੈ ਦਿੱਲੀ ਦੇ ਸਿੱਖਾਂ ਵਿੱਚ। ਤਾਂ ਸਾਹਿਬ ਕਹਿਣ ਲੱਗੇ, ਤੂੰ ਦੱਸ। ਜੇਠਾ ਛੇਤੀ ਛੇਤੀ ਹੱਥ ਜੋੜ ਕੇ ਰੋਂਦਾ ਹੋਇਆ ਜੇਠਾ ਕਹਿੰਦਾ, ਨਹੀਂ, ਕੋਈ ਸ਼ੌਕ ਨਹੀਂ ਜਾਗਿਆ, कोई जोश नहीं पैदा होया। तो पातशाह ने उस वक्त आख्या है, अब एक ऐसो पंथ बनाओ, सगल जगत बिखे बहु विधवाओ, लाखों नर जग के एक थाए, तामे मिले एक सिख जाए, सब में पृथक पछानो परे, छपे न छपे कैसों करे। यथा बगन में हंस न छपे, गिरजन विखे मोर ज्यों दिखे, तिमना ना बेखन के माही, मम सिख को सगले पर खाए। खालसे दी साजना दा ख्याल गुरु गोबिंद सिंह जी महाराज दे अंदर इत्थों ही जो है पैदा होया। गुरु तेग बहादुर साहब जी महाराज दी शहीदी ने साहिब गुरु गोबिंद सिंह जी महाराज दे अंतिशकरण दे खालसे नूं जन्म दिता। वाकई महापुरुष ते इस तरह आउंदे ने। बकौले डॉक्टर मोहम्मद इकबाल, जहां में अहले ईमा मिसले खुर्शीद जीते हैं, इधर डूबे उधर निकले, उधर डूबे इधर निकले। ये पावन स्थान गुरुद्वारा सीसगंज साहब चांदनी चौक दे मौजूद है, जो उपदेश दे रहा है, देशवासियों को संदेश दे रहा है कि मजलूमां दी रखिया किवें करी दी है और किसी दी बांह पकड़ के फिर उसका रखवाला किवें बनी दा है, ये दर्श दे रहा है। आप दे नाल ये शब्द जुड़े हुए ने, बाहां जिन्हां दी पकड़िए, सिर दीजे बाहां न छोड़िए, सिर दे के भी बांह नहीं छोड़ी। और ये हकीकत है कि अपना खून डोल के मत्थे दा तिलक अमर कर दिता, अपने श्वासां दी डोरी नूं तोड़ के जनेऊ दी डोरी नूं मजबूत कर दिता। देश दे प्राचीन संस्कृति आप दी शहादत दी देन है, देश दा प्राचीन धर्म आप दी शहादत दा देन है। जो नर दुख में दुख नहीं माने, सुख सने और भय नहीं जाके, कंचन माटी माने। नैन दिया नै उस्तत जाके, लोभ मोह अभमाना, हरख सोगते रहे न्यारो, नाहे मान अपमाना।
आसा मनसा सगल त्यागे, जगते रहे निराशा। काम क्रोध जै परसे नाहिन, ते घट ब्रह्म निवासा। गुर कृपा जै नर को कीनी, ते ए जुगत पछानी। नौनिक लीन भयो गोबिंद स्यों, ज्यों पानी संग पानी। ब्रह्म ਦੀ ਲੀਨਤਾ ਕੀ ਹੈ ਔਰ ਬ੍ਰਹਮ ਵਿੱਚ ਕਿਵੇਂ ਲੀਨ ਹੋਣਾ ਹੈ। धार्मिक अवस्था की है और उसकी रूप रेखा बाहर की प्रगट होती है। साहिब गुरु तेग बहादुर साहब जी महाराज ने इस पावन पवित्र वाक दे शब्द के अंदर मानो सागर नूं गागर दे उड़ेल के रख दिता है। ब्रह्म ज्ञानी की अवस्था की है, जो प्रभु विच लीन हो चुके है, उसकी पहचान किस तरह करोगे। लिबास तो नहीं, उसके सुभाव तो, उसके पहरावे तो नहीं, उसके आचार तो, उसकी जीवन घटनावां तो। प्रथम मेरे पातशाह कहते ने उहदी दृष्टि विच सुख ते दुख समान ने। जो नर दुख में दुख नहीं माने। दुख पीड़ित कर दे, सुख हुलास पैदा कर दे, समझ लेना इसके मन की समानता नहीं है। अजे इसने जिंदगी की उस समानता को समझिया ही नहीं जिस समतल का नाम ही परमात्मा है, ईश्वर है, अकाल पुरख है। ये गल वखरी है कि मनुख की मंग केवल सुख ही है, दुख नहीं। पर कौन दसे संसार की वास्तविक असलीयत यह है कि इत्थे एक दे नाल दूजा जुड़िया होया है। जन्म दे नाल मरण जुड़िया होया है, जवानी नाल बुढ़ेपा जुड़िया होया है, हासियां दे नाल रोने जुड़े हुए ने। इत्थे हर नफा नुकसान दे नाल जुड़िया होया है। जितनी वड्डी इज्जत उतनी ही वड्डी बेइज्जती। हर सुंदरता दे नाल सुपन दे नाल कुरूपता जो है जुड़ी हुई है। जिसनों इस असलीयत का पता है, बस वही महापुरुष है। वो देखता है फुल सिर्फ खिड़ते ही नहीं, मुरझा भी जाते ने। फूल खिलता है मुरझाने का तखय्युल लेकर, जिसे हंसता हुआ पाओगे वो परेशान होगा। हर हासियां दे थले अनंत परेशानियां छुपियां रहिंदियां ने। साहिब गुरु तेग बहादुर साहब जी महाराज फरमान करते हैं कि जो ब्रह्मनिष्ठ है, ब्रह्म ज्ञानी है, जो भगत है, ਉਹਦੇ ਲਈ दुख सुख एक समान। जो नर दुख में दुख नहीं माने, सुख सनेव और भय नहीं जाके, कंचन माटी माने। ऐसा नहीं कि सोना उसनों सोना दिखाई नहीं देता, नहीं, पराया धन उसनों इस तरह दिखाई देता है जैसे कि मिट्टी। जैसे मिट्टी की कोई बहुत वड्डी कीमत नहीं, इस तरह ब्रह्म ज्ञानी की दृष्टि विच पराए धन की कोई कीमत नहीं। अगर पराए धन की कीमत है, उसका कोई खास वड्डा मुल है, तो वह प्रभावित भी करेगा। और प्रभावित होंदियां मन लोभी भी होवेगा, और मन लोभी हो गया है तो फिर चोरी का ख्याल भी पैदा होवेगा। दरअसल सारी दुनिया की मूल समस्या है चोरी यारी। पराया धन प्रभावित करे तो चोरी लई, बेईमानी लई मन दे ख्याल पैदा होंदे ने। पराया रूप प्रभावित करे तो दुराचार ते वासना जागदी है। पराया रूप मां दिखाई देवे, पराया धन मिट्टी दिखाई देवे, बस यही महापुरुष की दृष्टि है। इसे नूं जो है अमृतमयी दृष्टि कहते ने। भगत सिरमौर श्री नामदेव जी महाराज का एक बड़ा कीमती वाक आप कहते हैं, पर धन पर दारा पर हरि, तांके निकट बसे नर हरि। परमात्मा उन्हां दे ही नेड़े है जिन्हां लई पराया धन मिट्टी है, पराया रूप मां है, भैण है। सारी दुनिया की ये अज मूल समस्या है।
ਨਾ ਮਨੁੱਖ ਆਪਣੇ ਲੋਭ ਨੂੰ ਰੋਕ ਸਕਦਾ ਹੈ, ਨਾ ਮਨੁੱਖ ਆਪਣੀ ਵਾਸ਼ਨਾ ਨੂੰ ਰੋਕ ਸਕਦਾ ਹੈ। ਇਸ ਵਾਸਤੇ ਵਿਆਪਕ ਰੂਪ ਦੇ ਵਿੱਚ ਸਾਰੀ ਦੁਨੀਆ ਦੇ ਚੋਰੀ ਵੀ ਹੈ, ਯਾਰੀ ਵੀ ਹੈ, ਪਰ ਪ੍ਰਭੂ ਚਿੰਤਨ ਐਸਾ ਹੈ ਕਿ ਜਿਸ ਦੇ ਸਿਰਫ ਆਪਣੇ ਧਨ ਦੀ ਅਹਿਮੀਅਤ ਹੁੰਦੀ ਹੈ, ਪਰਾਇਆ ਧਨ ਤੇ ਮਿੱਟੀ ਦਿਖਾਈ ਦਿੰਦਾ ਹੈ। ਔਰ ਐਸਾ ਮਨੁੱਖ ਐਸੀ ਗ੍ਰਸਤ ਦੀ ਸੀਮਾ ਵਿੱਚ ਰਹਿੰਦਾ ਹੈ ਜਿਸ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਏਕਾ ਨਾਰੀ ਸਦਾ ਜਾਤੀ। ਭਾਈ ਗੁਰਦਾਸ ਜੀ ਦਾ ਇਹ ਕੌਲ ਬੜਾ ਸੁੰਦਰ ਕਿ ਐਸਾ ਪੁਰਸ਼ ਆਪਣੀ ਵਾਸ਼ਨਾ ਨੂੰ ਸੀਮਾ ਵਿੱਚ ਕਰ ਲੈਂਦਾ ਹੈ, ਇਸ ਤਰ੍ਹਾਂ ਜੈਸੇ ਦਰਿਆ ਦੋ ਬਨੇਰਿਆਂ ਦੀ ਸੀਮਾ ਵਿੱਚ ਵਗ ਰਿਹਾ ਹੈ। ਅਗਰ ਉਹ ਸੀਮਾ ਤੋੜ ਦੇਵੇ, ਕਿਨਾਰਿਆਂ ਤੋਂ ਉਛਲ ਪਵੇ, ਤਾਂ ਹੜ੍ਹ ਆ ਜਾਂਦਾ ਹੈ, ਪਰਾਈਆਂ ਖੇਤੀਆਂ ਡੁੱਬਦੀਆਂ ਨੇ, ਪਰਾਏ ਮਕਾਨ ਤਬਾਹ ਹੁੰਦੇ ਨੇ, ਮਨੁੱਖਤਾ ਜੋ ਹੈ ਨਸ਼ਟ ਹੁੰਦੀ ਹੈ। ਇਸੇ ਤਰੀਕੇ ਨਾਲ ਮਨੁੱਖ ਦੀ ਵਾਸ਼ਨਾ ਇਤਨੀ ਉਛਲੇ ਕਿ ਉਹ ਗ੍ਰਸਤ ਦੀ ਮਰਿਆਦਾ ਦੀ ਸੀਮਾ 'ਚ ਹੀ ਨਾ ਰਵੇ, ਤਾਂ ਸਮਾਜ ਲਈ ਹਾਨੀਕਾਰਕ ਹੁੰਦੀ ਹੈ। ਔਰ ਮਨੁੱਖ ਦੇ ਅੰਦਰ ਇਹ ਲੋਭ ਅਗਰ ਉਹ ਸੀਮਾ 'ਚ ਨਹੀਂ ਰਿਹਾ, ਸੰਤੋਖ ਨਹੀਂ ਬਣਿਆ, ਸੰਤੁਸ਼ਟੀ ਨਹੀਂ ਬਣਿਆ, ਤਾਂ ਦੂਸਰੇ ਦੀ ਧਨ ਲਈ ਖਤਰਾ ਬਣੇਗਾ। ਕੋਈ ਮਨੁੱਖ ਕਿਸੇ ਦੇ ਧਨ ਲਈ ਖਤਰਾ ਹੈ, ਕੋਈ ਮਨੁੱਖ ਕਿਸੇ ਦੇ ਰੂਪ ਲਈ ਖਤਰਾ ਹੈ। ਅਗਰ ਪਰਾਏ ਧਨ ਤੇ ਪਰਾਏ ਰੂਪ ਦਾ ਕੋਈ ਮੁਆਫਿਜ਼ ਹੈ, ਤਾਂ ਕੇਵਲ ਸੰਤ ਹੈ, ਕੇਵਲ ਭਗਤ ਹੈ, ਕੇਵਲ ਬ੍ਰਹਮ ਗਿਆਨੀ ਹੈ। ਤਾਂ ਸਾਹਿਬ ਕਹਿੰਦੇ ਨੇ, ਇਹ ਉਸ ਦੀ ਮਾਨਸਿਕ ਅਵਸਥਾ ਹੁੰਦੀ ਹੈ। ਜੋ ਨਰ ਦੁਖ ਮੇਂ ਦੁਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾਂਕੇ, ਕੰਚਨ ਮਾਠੀ ਮਾਨੇ, ਨੈਨ ਦਿਆ ਨੈ ਉਸਤਤ ਜਾਂਕੇ, ਲੋਭ ਮੋਹ ਅਭਮਾਨਾ। ਬੜੀ ਪਰਮ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਿਆਨ ਪਏ ਕਰਦੇ ਨੇ। ਇੱਕ ਤੇ ਉਹ ਗੱਲ ਵਧਾ ਕੇ ਨਹੀਂ ਕਰਦਾ, ਦੂਸਰਾ ਗੱਲ ਘਟਾ ਕੇ ਨਹੀਂ ਕਰਦਾ। ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਖੁਸ਼ਾਮਦ ਹੈ, ਇਹ ਝੂਠੀ ਉਸਤਤ ਹੈ, ਪਰ ਗੱਲ ਨੂੰ ਘਟਾ ਕੇ ਬਿਆਨ ਕਰਨਾ ਇਹ ਨਿੰਦਾ ਹੈ। ਜੈਸੇ ਫੁੱਲ ਨੂੰ ਕੰਢਾ ਕਹਿ ਦਈਏ, ਇਹ ਤੇ ਨਿੰਦਾ ਹੈ, ਪਰ ਕੰਢੇ ਨੂੰ ਫੁੱਲ ਕਹਿ ਦਈਏ, ਇਹ ਤੇ ਖੁਸ਼ਾਮਦ ਹੈ, ਇਹ ਤੇ ਝੂਠੀ ਉਸਤਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਹੋਰ ਵਾਕਾਂ ਦੇ ਰਾਹੀਂ ਵੀ ਇਹੀ ਉਪਦੇਸ਼ ਦਿੰਦੇ ਨੇ। ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਣਾ। ਮਨੁੱਖ ਦੀ ਇੱਕ ਆਦਤ ਬਣ ਗਈ ਹੈ, ਜਾਂ ਇਹ ਗੱਲ ਵਧਾ ਕੇ ਕਰਦਾ ਹੈ ਜਾਂ ਇਹ ਗੱਲ ਘਟਾ ਕੇ ਕਰਦਾ ਹੈ। ਜਿੱਥੋਂ ਕੁਝ ਲੈਣਾ ਹੈ ਗੱਲ ਵਧਾ ਕੇ ਕਰਨਾ ਹੈ, ਔਰ ਜਿਸ ਨਾਲ ਈਰਖਾ ਹੈ ਗੱਲ ਘਟਾ ਕੇ ਕਰਦਾ ਹੈ। ਹਮੇਸ਼ਾ ਨਿੰਦਾ ਦਾ ਜਨਮ ਈਰਸ਼ਾ ਤੋਂ ਪੈਦਾ ਹੁੰਦਾ ਹੈ, ਉਸਤਤੀ ਦਾ ਜਨਮ, ਝੂਠੀ ਖੁਸ਼ਾਮਦ ਦਾ ਜਨਮ ਲੋਭ ਤੋਂ ਪੈਦਾ ਹੁੰਦਾ ਹੈ। ਸਾਹਿਬ ਕਹਿੰਦੇ ਨੇ, ਜੋ ਬ੍ਰਹਮਨਿਸ਼ਟ ਹੈ, ਬ੍ਰਹਮ ਗਿਆਨੀ ਹੈ, ਉਸ ਦੇ ਅੰਦਰ ਨਾ ਨਿੰਦਾ ਹੈ ਨਾ ਉਸਤਤ ਹੈ। ਉਹ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ, ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ, ਉਹ ਦੁਸ਼ਟ ਨੂੰ ਦੁਸ਼ਟ ਵੀ ਕਹਿ ਦਿੰਦਾ ਹੈ, ਔਰ ਉਹ ਸੰਤ ਨੂੰ ਸੰਤ ਕਹਿ ਦਿੰਦਾ ਹੈ। ਦੁਸ਼ਟ ਨੂੰ ਦੁਸ਼ਟ ਕਹਿਣਾ ਨਿੰਦਾ ਨਹੀਂ ਹੈ, ਜੈਸੇ ਕਿ ਕੰਡੇ ਨੂੰ ਕੰਡਾ ਕਹਿਣਾ ਨਿੰਦਾ ਨਹੀਂ ਹੈ, ਸਚਾਈ ਹੈ। ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ। ਜੈਸੇ ਦਿਨ ਨੂੰ ਦਿਨ ਕਹਿਣਾ ਇਹ ਤੇ ਸੱਚ ਹੈ, ਪਰ ਦਿਨ ਨੂੰ ਰਾਤ ਕਹਿ ਦੇਣਾ ਇਹ ਤੇ ਨਿੰਦਾ ਹੈ, ਔਰ ਰਾਤ ਨੂੰ ਦਿਨ ਕਹਿ ਦੇਣਾ ਇਹ ਤੇ ਖੁਸ਼ਾਮਦ ਹੈ, ਇਹ ਤੇ ਝੂਠੀ ਉਪਮਾ ਹੈ। ਤਾਂ ਅਕਸਰ ਮਨੁੱਖ ਜਾਂ ਤੇ ਉਸਤਤ ਕਰਦਾ ਹੈ ਜਾਂ ਨਿੰਦਾ ਕਰਦਾ ਹੈ, ਔਰ ਸਾਰੀ ਦੁਨੀਆ ਵਿੱਚ ਮਨੁੱਖ ਦੀ ਇਹ ਕਮਜ਼ੋਰੀ ਨਿੰਦਾ ਦੇ ਰਾਹੀਂ ਜਾਂ ਝੂਠੀ ਖੁਸ਼ਾਮਦ ਦੇ ਰਾਹੀਂ ਪ੍ਰਗਟ ਹੁੰਦੀ ਰਹਿੰਦੀ ਹੈ। ਮਨੁੱਖ ਕਿਤਨਾ ਈਰਸ਼ਾਲੂ ਹੈ, ਇਹਦੀ ਰਸਨਾ ਦੀ ਨਿੰਦਾ ਹੀ ਦੱਸਦੀ ਹੈ, ਔਰ ਮਨੁੱਖ ਕਿਤਨਾ ਲੋਭੀ ਹੈ, ਇਹਦੀ ਕੀਤੀ ਹੋਈ ਖੁਸ਼ਾਮਦ ਹੀ ਦੱਸਦੀ ਹੈ। ਤਾਂ ਸਾਹਿਬ ਕਹਿੰਦੇ ਨੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਮਾਨਾ। ਅੰਦਰ ਲੋਭ ਵੀ ਨਹੀਂ, ਮੋਹ ਵੀ ਨਹੀਂ, ਔਰ ਅਹੰਕਾਰ ਵੀ ਨਹੀਂ। ਮਨੁੱਖ ਦੀਆਂ ਇਹ ਬੜੀਆਂ ਮੂਲ ਕਮਜ਼ੋਰੀਆਂ ਨੇ, ਬੁਨਿਆਦੀ ਕਮਜ਼ੋਰੀਆਂ ਨੇ। ਸਾਹਿਬ ਕਹਿੰਦੇ ਨੇ, ਇਹ ਬ੍ਰਹਮ ਗਿਆਨੀ ਦੇ ਅੰਦਰ ਨਹੀਂ ਆਉਂਦੀਆਂ। ਲੋਭੀ ਤੋਂ ਪਰਾਏ ਧਨ ਨੂੰ ਖਤਰਾ ਹੈ, ਹੰਕਾਰੀ ਤੋਂ ਕਿਸੇ ਦੀ ਜਾਨ ਨੂੰ ਖਤਰਾ ਹੈ, ਔਰ ਦੁਰਾਚਾਰੀ ਤੋਂ, ਕਾਮੀ ਤੋਂ
ਕਿਸੇ ਦੀ ਇੱਜ਼ਤ ਨੂੰ ਖਤਰਾ ਹੈ, ਕਿਸੇ ਦੀ ਅਸਮਤ ਨੂੰ ਖਤਰਾ ਹੈ। ਇਸ ਤਰ੍ਹਾਂ ਦੇ ਔਗਣ ਹਾਰੇ ਮਨੁੱਖੀ ਜਗਤ ਦੇ ਵਿੱਚ ਕਿਸੇ ਦੀ ਜਾਨ ਲਈ ਖਤਰਾ ਬਣਦੇ ਨੇ, ਕਿਸੇ ਦੇ ਰੂਪ ਲਈ ਖਤਰਾ ਬਣਦੇ ਨੇ, ਇੱਜ਼ਤ ਲਈ ਖਤਰਾ ਬਣਦੇ ਨੇ ਜਾਂ ਮਾਲ ਲਈ ਖਤਰਾ ਬਣਦੇ ਨੇ। ਜੈਸੇ ਕੋਈ ਬੰਦਾ ਆਖੇ ਮੈਂ ਖਤਰੇ ਦੇ ਚਾਂ, ਤਾਂ ਖਤਰਾ ਸਿਰਫ ਤਿੰਨ ਤਲ ਤੇ ਆਉਂਦਾ ਹੈ, ਜਾਨ ਲਈ ਖਤਰਾ, ਮਾਲ ਲਈ ਖਤਰਾ ਔਰ ਇੱਜ਼ਤ ਆਬਰੂ ਲਈ ਖਤਰਾ। तो कोई लोभी है, हंकारी है, वासना विच ग्रसिया होया है, मोह ग्रसिया होया है, तो फिर समझ लो ये किसी दी जान लई, किसी दे माल लई या किसी दी इज्जत आबरू लई खतरा बन जाएगा। भगत ते मुहाफिज ने किसी दी इज्जत दे, किसी दी जान दे और किसी दे माल दे। क्यों कि उन्हां दे अंदर लोभ है ही नहीं, हंकार है ही नहीं, मोह है ही नहीं। तो साहब कहते ने जो लीन पुरुष है उसकी मानसिक अवस्था यह है, न निंदिया न उस्तत जाके लोभ मोह अवमाना, हर एक सोगते रहे न्यारो, नाहे मान अपमाना। ऐसा नहीं है कि खुशी दे वो उछल पाए, हुण ऐसा भी नहीं है कि गमी दे वो अपनी ढेरी ढा बैठे। दरअसल कहते हैं हर वस्तु नूं परखण दी बकायदा कसवटी है। जैसे सोने नूं परखण दियां कसवटियां ने, अपने अपने ढंग दियां कसवटियां ने पशुआं नूं भी परखण दियां। सियाणे बंदे कह देंदे ने ये गऊ बहुत अच्छी है, ये मझ बहुत वधिया है, ये घोड़ा उत्तम नस्ल दा है। तो परखण दे अपने ढंग ने, अपनियां अपनियां जो है कसवटियां ने। हू बहु बंदे नूं भी परखण दी कसवटी है, दुख ते सुख। क्या इस दे च ये अपना हौसला कायम रख सकेगा? क्या ये अपने आप नूं संभाल के रख सकेगा दुख दे च या सुख दे च? कहते ने बहुत वड्डा दुख भी मनुख नूं अपनी थां तो हिला के रख देंदा है और बहुत वड्डा सुख भी देखण दे च आया है, मनुख अपनी थां तो हिल जांदा है। जिसनूं कहंदे ने गुरमत, जिसनूं कहंदे ने धार्मिक साधना। पर जे घर विच बहुत वड्डी खुशी है, आनंद कारज है, विआह है, तो मैं देखदा गुरमत नहीं रहिंदी। फिर उत्थे धार्मिक साधना की है एक मजाक बन के रह जाती है। पर बहुत वड्डी पीड़ है, बहुत वड्डा दुख है, तां भी बंदा इतना हिल जाता है कि उहदे लई पाठ करना, उहदे लई गुरुद्वारे विच बैठ के कीर्तन सुनना, उहदे लई संगत दे च आना बहुत औखा हो जाता है। गुरु तेग बहादुर साहब जी महाराज फरमान करदे ने, जिहड़े लीन पुरुष ने जप जप के मंजिले मकसूद तक पहुंचे ने, उन्हां लई क्या हरख ते क्या सोग, उन्हां लई क्या खुशी ते क्या गमी, मान ते अपमान, इज्जत ते बेइज्जती भी उन्हां लई एक समान। उन्हां नूं इस गल दी समझ पै जाती है कि जिन्हां दे आले दुआले जिंदाबाद दे नारे लगते ने, मुर्दाबाद भी उन्हां नूं ही सुनना पैंदा है। जिसदा जिंदाबाद नहीं उहदा मुर्दाबाद भी नहीं, जिहदी इज्जत नहीं उहदी बेइज्जती कित्थों होवेगी? जो जमिया ही नहीं उन्हें मरना की है? एक तो यह है जन्म होया ही नहीं तो मरण की होवेगा, और एक ऐसी अवस्था है जन्म भी कबूल मरण भी कबूल, इज्जत भी कबूल है और बेइज्जती हो गई है ये भी कबूल। फुल्लां दी वर्षा हुई है कबूल, पर पत्थरां दी वर्षा दे च भी कोई हसदा रहे, खिड़िया रहे। गल बहुत औखी है। यही कारण है कि दुनिया दे जितने धनवान ने उतने धार्मिक नहीं ने। किसी हद तक तो इंज देखते पे कि सारी दुनिया दे धन वधदा जा रहा है, धर्म घटदा जा रहा है। उहदे कुछ कारण भी ने। धन की वसीयत की जा सकती है, पिता अपने पुत्र नूं दे सकदा है, दादा पोतरे नूं दे सकदा है, पति पत्नी नूं दे सकदा है और पत्नी पति नूं दे सकती है, पर धर्म की वसीयत नहीं हो सकती, अनुभव की वसीयत नहीं हो सकती। मनुख धार्मिक आनंद की वसीयत नहीं कर सकता कि जो धार्मिक रस समाधि मेरे कोल है मैं वसीयत करदा ये मेरे पुत्र दी, ये मेरे पोतरे दी। धर्म
ਨਿੱਜੀ ਦੌਲਤ ਹੈ ਔਰ ਨਿਜ ਰੂਪ ਦੇ ਕਮਾਣੀ ਪੈਂਦੀ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਹੀ ਕਾਰਨ ਹੈ ਕਿ ਸਾਰੀ ਦੁਨੀਆ ਦੇ ਵਿੱਚ ਧਨ ਵੱਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ। ਕੌਣ ਨਿੱਜੀ ਰੂਪ ਵਿੱਚ ਮਿਹਨਤ ਕਰੇ, ਕੌਣ ਜੋ ਹੈ ਸਾਧਨਾ ਕਰੇ। ਤਾਂ ਸਾਹਿਬ ਕਹਿੰਦੇ ਨੇ ਇਹ ਜਿਹੜੇ ਲੀਨ ਪੁਰਸ਼ ਨੇ ਸਾਧਨਾ ਕਰ ਕਰਕੇ ਬੜੀ ਮਹਾਨ ਮਿਹਨਤ ਕਰਕੇ ਮੰਜ਼ਿਲੇ ਮਕਸੂਦ ਤੇ ਪਹੁੰਚੇ ਨੇ, ਇਹਨਾਂ ਲਈ ਖੁਸ਼ੀ, ਇਹਨਾਂ ਲਈ ਗਮ, ਇਹਨਾਂ ਲਈ ਇੱਜ਼ਤ ਤੇ ਬੇਇੱਜ਼ਤੀ ਇੱਕ ਸਮਾਨ ਹੈ। ਫਿਰ ਸਾਹਿਬ ਕਹਿੰਦੇ ਨੇ ਆਸਾ ਮਨਸਾ ਸਗਲ ਤੇ ਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਹ ਪਰਸੇ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ज्ञान दा सागर, ज्ञान दा सागर, ज्ञान दा सागर, ज्ञान